राधा स्वामी। साधु ज्ञान सिंह नाल चर्चा। योग विशिष्ट पढ़ लैन ते ज्ञान सिंह साधु ने आप नूं कहा, हुण तुसां योग विशिष्ट पढ़ लिया है, ਇਹ ਗਿਆਨ ਦਾ ਗ੍ਰੰਥ ਹੈ, ਇਸ ਤੋਂ ਤੁਹਾਨੂੰ ਗਿਆਨ ਹੋ ਜਾਵੇਗਾ। ਇਸ ਲਈ ਹੁਣ ਤੁਸੀਂ ਆਪਣੇ ਆਪ ਨੂੰ ਜੀ ਨਾ ਮੰਨ ਕੇ ਬ੍ਰਹਮ ਮੰਨੋ। ਹੁਣ ਤੁਸੀਂ ਬ੍ਰਹਮ ਜੇ। ਸੰਸਾਰ ਦੀ ਕਿਰਿਆ ਦੇਹ ਦਾ ਧਰਮ ਹੈ। ਬ੍ਰਹਮ ਨਿਰਲੇਪ ਹੈ, ਇਸ ਨੂੰ ਕੋਈ ਲੇਪ ਨਹੀਂ। ਹਰ ਘਟ ਵਿੱਚ ਬ੍ਰਹਮ ਹੈ, ਇਸ ਵਾਸਤੇ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ। ਜੀਵ ਤੇ ਬ੍ਰਹਮ ਦੋਵੇਂ ਚੇਤਨ ਹਨ। ਕੇਵਲ ਭਰਮ ਕਰਕੇ ਇਹ ਆਪਣੇ ਆਪ ਨੂੰ ਜੀਵ ਮੰਨਦਾ ਹੈ ਤੇ ਭਗਵਾਨ ਦੀ ਭਗਤੀ ਕਰਦਾ ਹੈ। ਜਦੋਂ ਇਸ ਨੂੰ ਗਿਆਨ ਹੋ ਗਿਆ ਤਾਂ ਫਿਰ ਜੀਵ ਤੇ ਬ੍ਰਹਮ ਦੀ ਏਕਤਾ ਹੋ ਗਈ। ਤਾਂ ਭਗਤੀ ਕਿਸ ਦੀ ਕਰਨੀ ਤੇ ਕਿਸ ਨੇ ਕਰਨੀ? ਆਪਣੇ ਆਪ ਨੂੰ ਬ੍ਰਹਮ ਮੰਨੋ ਅਤੇ ਭਰਮ ਛੱਡ ਕੇ ਆਪਣੇ ਆਪ ਨੂੰ ਜੀਵ ਮੰਨਣਾ ਛੱਡ ਦਿਓ। ਤਾਂ ਹਜ਼ੂਰ ਥੋੜਾ ਜਿਹਾ ਮੁਸਕਰਾਏ ਤੇ ਕਿਹਾ, ਬਾਬਾ ਜੀ, ਬੇਸ਼ੱਕ ਵਿਦਿਆ ਚੰਗੀ ਚੀਜ਼ ਹੈ। ਵਿਦਿਆ ਪੜ੍ਹਨ ਨਾਲ ਆਦਮੀ ਦੀ ਬੁੱਧੀ ਤੇਜ਼ ਹੋ ਜਾਂਦੀ ਹੈ, ਪਰ ਕਿਸੇ ਚੀਜ਼ ਨੂੰ ਬੁੱਧੀ ਦੁਆਰਾ ਜਾਣਨ ਨਾਲ ਹੀ ਤਾਂ ਉਹ ਚੀਜ਼ ਨਹੀਂ ਮਿਲ ਜਾਂਦੀ। ਜਿਸ ਤਰ੍ਹਾਂ ਅਸਾਂ ਜਾਣ ਲਿਆ ਹੈ ਕਿ ਜ਼ਮੀਨ ਵਿੱਚ ਹਲ ਵਾਇਆ ਜਾਂਦਾ ਹੈ, ਰੁੱਤ ਆਉਣ ਤੇ ਪਾਣੀ ਦੇ ਕੇ, ਵੱਤਰ ਆਉਣ ਤੇ ਉਸ ਨੂੰ ਵਾਹ ਕੇ ਕਣਕ ਬੀਜੀ ਜਾਂਦੀ ਹੈ, ਉਹਨੂੰ ਪਾਣੀ ਦਿੱਤਾ ਜਾਂਦਾ ਹੈ, ਗੋਡੀ ਕੀਤੀ ਜਾਂਦੀ ਹੈ। ਪੱਕਣ ਤੇ ਕਣਕ ਵੱਢ ਕੇ ਖਲਵਾੜਾ ਲਾਇਆ ਜਾਂਦਾ ਹੈ, ਗਾਹ ਕੇ ਦਾਣੇ ਕੱਢੇ ਜਾਂਦੇ ਹਨ। ਦਾਣਿਆਂ ਦਾ ਆਟਾ ਪੀਸ ਕੇ ਰੋਟੀ ਪਕਾਈ ਜਾਂਦੀ ਹੈ। ਉਸ ਦੇ ਖਾਣ ਨਾਲ ਢਿੱਡ ਦੀ ਭੁੱਖ ਦੂਰ ਹੁੰਦੀ ਹੈ। ਕੀ ਇਹ ਸਭ ਕੁਝ ਜਾਣ ਨਾਲ ਭੁੱਖ ਦੂਰ ਹੋ ਜਾਵੇਗੀ? ਜਾਣ ਲੈਣ ਨਾਲ ਜਿਸ ਤਰ੍ਹਾਂ ਭੁੱਖ ਦੂਰ ਨਹੀਂ ਹੁੰਦੀ, ਇਸੇ ਤਰ੍ਹਾਂ ਆਪਣੇ ਆਪ ਨੂੰ ਬ੍ਰਹਮ ਜਾਣਨ ਤੇ ਮੰਨਣ ਨਾਲ ਬ੍ਰਹਮ ਨਹੀਂ ਬਣਿਆ ਜਾ ਸਕਦਾ। ਜਿਸ ਤਰ੍ਹਾਂ ਰੋਟੀ ਵਾਸਤੇ ਪਹਿਲਾਂ ਦੱਸੀ ਗਈ ਸਾਰੀ ਖੇਚਲ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਬ੍ਰਹਮ ਬਣਨ ਵਾਸਤੇ ਵੀ ਗੁਰੂ ਭਗਤੀ ਜ਼ਰੂਰੀ ਹੈ। ਅਤੇ ਜਿਹੜਾ ਤੁਸਾਂ ਕਿਹਾ ਹੈ ਕਿ ਸੰਸਾਰੀ ਕਰਮ ਦੇਹ ਦਾ ਧਰਮ ਹੈ, ਬਾਬਾ ਜੀ, ਇਹ ਤਾਂ ਦੇਹ ਤਾਂ ਜੜ ਹੈ। ਜੇ ਆਤਮਾ ਇਸ ਨੂੰ ਤਾਕਤ ਨਾ ਦੇਵੇ ਤਾਂ ਇਹ ਕਿਸੇ ਕੰਮ ਨਹੀਂ। ਜਦੋਂ ਆਦਮੀ ਮਰ ਜਾਂਦਾ ਹੈ ਤਾਂ ਆਤਮਾ ਇਸ ਸਰੀਰ ਚੋਂ ਨਿਕਲ ਜਾਂਦੀ ਹੈ ਤਾਂ ਦੇਹ ਸਿੱਥਰ ਹੋ ਜਾਂਦੀ ਹੈ। ਦੇਹ ਕੋਈ ਕੰਮ ਨਹੀਂ ਕਰਦੀ, ਨਾ ਕਰ ਸਕਦੀ ਹੈ। ਆਤਮਾ ਦੀ ਤਾਕਤ ਨਾਲ ਦੇਹ ਸਭ ਕੰਮ ਕਰ ਸਕਦੀ ਹੈ। ਇਸ ਤਰ੍ਹਾਂ ਕੋਈ ਹਥਿਆਰ, ਉਦਾਹਰਨ ਦੇ ਤੌਰ ਤੇ ਤਲਵਾਰ, ਕਿਸੇ ਨੂੰ ਵੱਢ ਨਹੀਂ ਸਕਦੀ ਜਦ ਤੱਕ ਕਿ ਆਦਮੀ ਉਸ ਨੂੰ ਫੜ ਕੇ ਕਿਸੇ ਤੇ ਵਾਰ ਨਾ ਕਰੇ। ਸਜ਼ਾ ਆਦਮੀ ਨੂੰ ਮਿਲਦੀ ਹੈ, ਨਾ ਕਿ ਤਲਵਾਰ ਨੂੰ। ਇਸੇ ਤਰ੍ਹਾਂ ਸੰਸਾਰ ਦੇ ਸਾਰੇ ਕਰਮ ਆਤਮਾ ਦੇ ਅਧੀਨ ਹਨ। ਆਤਮਾ ਤੋਂ ਬਿਨਾਂ ਦੇਹ ਕੋਈ ਕੰਮ ਨਹੀਂ ਕਰ ਸਕਦੀ। ਇਸ ਲਈ ਦੇਹ ਤਾਂ ਇੱਕ ਹਥਿਆਰ ਹੈ। ਇਹਦੇ ਵਿੱਚ ਕਰਤਾ ਤਾਂ ਆਤਮਾ ਹੈ, ਜੋ ਕਰਤਾ ਹੈ ਉਹ ਭਗਤਾ ਹੈ। ਬਾਬਾ ਜੀ, ਗੁਰਬਾਣੀ ਦਾ ਮਾਰਗ ਸੱਚਾ ਹੈ ਤੇ ਬੜਾ ਉੱਚਾ ਹੈ। ਜਿਸ ਤਰ੍ਹਾਂ ਦੁਨੀਆ ਦਾ ਕੋਈ ਕੰਮ ਬਿਨਾਂ ਗੁਰੂ ਦਾ ਨਹੀਂ ਹੁੰਦਾ। ਵਿਦਿਆ ਵਾਸਤੇ ਵਿਦਿਆ ਗੁਰੂ ਦੀ ਲੋੜ ਹੈ। ਕੋਈ ਮਸ਼ੀਨਰੀ ਸਿੱਖਣ ਲਈ ਮਸ਼ੀਨਰੀ ਵਾਲੇ ਗੁਰੂ ਦੀ ਲੋੜ ਹੈ। ਇਸ ਤਰ੍ਹਾਂ ਗਿਆਨ ਪ੍ਰਾਪਤ ਕਰਨ ਵਾਸਤੇ ਅਜਿਹੇ ਗੁਰੂ ਦੀ ਲੋੜ ਹੈ ਜਿਸ ਨੂੰ ਆਪ ਗਿਆਨ ਪ੍ਰਾਪਤ ਹੋਵੇ। ਗੁਰਬਾਣੀ ਵਿੱਚ ਆਉਂਦਾ ਹੈ, ਜੋ ਦੇਖ ਦਿਖਾਵੇ ਤਿਸ ਪੈ ਬਲ ਜਾਏ। ਸੋ ਬਾਬਾ ਜੀ, ਗਿਆਨ ਨਾਮ ਜਾਣਨ ਦਾ ਨਹੀਂ, ਸਗੋਂ ਵੇਖਣ ਦਾ ਹੈ। ਗੁਰੂ ਉਹ ਹੈ ਜੋ ਬ੍ਰਹਮ ਨੂੰ ਵੇਖ ਲੈਂਦਾ ਹੈ, ਉਹ ਫਿਰ ਦੂਜਿਆਂ ਨੂੰ ਵਿਖਾ ਸਕਦਾ ਹੈ। ਗੌੜ ਮਹੱਲਾ 5ਵਾਂ ਵਿੱਚ ਗੁਰੂ ਦੀ ਸਿਫਤ ਲਿਖੀ ਹੈ। ਗੁਰੂ ਕੀ ਮੁਕਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਜਾਨ। ਗੁਰ ਕੈ ਚਰਨ ਹਿਰਦੈ ਲੈ ਧਾਰੋ,
गुर पार ब्रह्म सदा नमस्कारो। मत को परम भूले संसार, गुर बिन कोय न उतरस पार। रहाओ। भूले को गुर मार्ग पाया, अवर त्याग हर भगति लाया। जन्म मरण की त्रास मिटाई, गुर पूरे की बेअंत वडियाई। गुर प्रसाद उर्द कमल विगास, अंधकार महे भया प्रकाश। जिन किया सो गुर ते जानिया, गुर कृपा ते मुगद मन मानिया। गुरु करता गुरु करने जोग, गुर परमेश्वर है भी होग। कहो नानक प्रभ ए जनाई, बिन गुर मुक्त न पाइए पाई। ये सारा शब्द सुना के हजूर ने कहा, बाबा जी ਵੇਖਿਆ ਜੇ ਗੁਰਬਾਣੀ ਵਿੱਚ ਸਤਿਗੁਰ ਦੀ ਕਿਤਨੀ ਮਹਿਮਾ ਲਿਖੀ ਹੈ। ਗੁਰੂ ਅਤੇ ਬ੍ਰਹਮ ਦੀ ਏਕਤਾ ਦਰਸਾਈ ਹੈ। ਗੁਰੂ ਦੀ ਕਿਰਪਾ ਨਾਲ ਜੀਵ ਨੂੰ ਆਪਣੇ ਅੰਦਰ ਪ੍ਰਕਾਸ਼ ਹੁੰਦਾ ਹੈ। ਉਸ ਪ੍ਰਕਾਸ਼ ਵਿੱਚ ਇਹ ਸੰਸਾਰ ਦੇ ਕਰਤੇ ਨੂੰ ਵੇਖਦਾ ਹੈ। ਤਾਂ ਕਿਤੇ ਇਹ ਉਸ ਪ੍ਰਕਾਸ਼ ਵਿੱਚ ਇਹ ਸੰਸਾਰ ਦੇ ਕਰਤੇ ਨੂੰ ਵੇਖਦਾ ਹੈ। ਤਾਂ ਕਿਤੇ ਇਹ ਮੂਰਖ ਮਨ ਸਿੱਧੇ ਰਾਹ ਤੇ ਆਉਂਦਾ ਹੈ। बातों के पकवान से कभी ना धरापा जाए। बाबा जी जद तक करनी ना की जाएगी तद तक इसका काम पूरा नहीं होना। जदों हर एक कारज वास्ते कर्म करना जरूरी है तो ब्रह्म बनन वास्ते केवल विद्या राही जान लैन नाल ही ब्रह्म नहीं बनया जा सकता। वेदांत अते गुरबाणी विच बहुत फर्क है। ਤਾਂ ਬਾਬਾ ਜੀ ਬੋਲੇ, ਬੱਗਾ ਸਿੰਘ ਪੜਿਆ ਤਾਂ ਤੂੰ ਮੇਰੇ ਪਾਸੋਂ ਹੈ, ਇਹ ਗਿਆਨ ਤੂੰ ਕਿੱਥੋਂ ਪ੍ਰਾਪਤ ਕੀਤਾ? ਤਾਂ ਹਜੂਰ ਨੇ ਕਿਹਾ, ਆਪ ਸਭ ਦੀ ਕਿਰਪਾ ਹੈ। ਮੈਂ ਬਾਣੀ ਨੂੰ ਤੋਤੇ ਵਾਂਗ ਫਰਫਰ ਨਹੀਂ ਪੜਿਆ। ਜੋ ਕੁਝ ਪੜਿਆ ਉਸ ਦਾ ਵਿਚਾਰ ਕੀਤਾ ਤੇ ਸਮਝਿਆ ਅਤੇ ਮਨਨ ਕੀਤਾ ਹੈ। ਇਤਨੀ ਚਰਚਾ ਦੇ ਪਿੱਛੋਂ ਹਜੂਰ ਘਰ ਮੁੜ ਆਏ। ਸ਼ਾਮ ਨੂੰ ਸਾਧੂ ਗਿਆਨ ਸਿੰਘ ਆਪ ਜੀ ਦੇ ਪਿਤਾ ਜੀ ਪਾਸ ਆਇਆ। ਆਪ ਨੂੰ ਬੈਠਣ ਨੂੰ ਚੌਂਕੀ ਦਿੱਤੀ। ਜਦ ਬੈਠ ਗਿਆ ਤਾਂ ਬਾਬਾ ਸਾਮਨ ਸਿੰਘ ਜੀ ਨੇ ਪੁੱਛਿਆ, ਮੇਰੇ ਲਾਇਕ ਕੋਈ ਸੇਵਾ ਦੱਸੋ। ਤਾਂ ਗਿਆਨ ਸਿੰਘ ਸਾਧੂ ਨੇ ਕਿਹਾ, ਆਪ ਦਾ ਪੁੱਤਰ ਤਾਂ ਕੋਈ ਮਹਾਪੁਰਸ਼ ਹੈ। ਇਹ ਮੇਥੋਂ ਪੜਿਆ ਹੈ ਪਰ ਗਿਆਨ ਵਿੱਚ ਮੇਥੋਂ ਵੱਧ ਹੈ। ਇਸ ਦੀ ਬੋਲੀ ਮਿੱਠੀ ਅਤੇ ਹਲੀਮੀ ਬਹੁਤ ਹੈ। ਜਦੋਂ ਮੈਂ ਪੁੱਛਿਆ ਕਿ ਇਹ ਗਿਆਨ ਤੂੰ ਕਿੱਥੋਂ ਪਾਇਆ ਹੈ ਤਾਂ ਕਹਿਣ ਲੱਗਾ, ਸਭ ਤੁਹਾਡੀ ਕਿਰਪਾ ਹੈ। ਅਜਿਹੇ ਗੁਣ ਕੇਵਲ ਮਹਾਪੁਰਸ਼ ਵਿੱਚ ਮੌਜੂਦ ਹੁੰਦੇ ਹਨ। ਤਾਂ ਬਾਬਾ ਸਾਮਨ ਸਿੰਘ ਜੀ ਨੇ ਕਿਹਾ, ਤੁਹਾਡਾ ਅੰਦਾਜ਼ਾ ਠੀਕ ਹੈ। ਸਾਨੂੰ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦੇ ਕੇ ਕਿਹਾ ਸੀ, ਇਹ ਵੱਡੇ ਮਹਾਪੁਰਸ਼ ਹੋਣਗੇ। ਤਾਈਓ ਹੀ ਤਾਂ ਅਸੀਂ ਇਹਨਾਂ ਨੂੰ ਕੁਝ ਆਖਦੇ ਨਹੀਂ। ਦੂਜੇ ਮੁੰਡਿਆਂ ਵਾਂਗ ਕੰਮ ਵਿੱਚ ਨਹੀਂ ਲਾਉਂਦੇ। ਇਹ ਆਪਣੀ ਮੌਜ ਦਾ ਮਾਲਕ ਹੈ, ਜੋ ਚਾਹੇ ਸੋ ਕਰੇ। ਸਾਨੂੰ ਤਾਂ ਸਤਿਗੁਰ ਨੇ ਇਸ ਦੀ ਸੇਵਾ ਬਖਸ਼ੀ ਹੈ, ਸੋ ਕੀਤੀ ਜਾਂਦੇ ਹਾਂ। ਇਹ ਗੱਲਾਂ ਹਜੂਰ ਨੇ ਵੀ ਸੁਣੀਆਂ ਤੇ ਉਹਨਾਂ ਨੂੰ ਗੱਲਾਂ ਕਰਦਿਆਂ ਛੱਡ ਕੇ ਆਪ ਜੀ ਚਲੇ ਗਏ। ਥੋੜੇ ਚਿਰ ਪਿੱਛੋਂ ਗਿਆਨ ਸਿੰਘ ਸਾਧੂ ਵੀ ਉੱਠ ਕੇ ਚਲਾ ਗਿਆ।